गुरु रूप गुरु प्यारी सत्कार योग साध संगत जियो। गज के फतेह सांझ करो जी। वाहेगुरु जी का खालसा वाहेगुरु जी की फतेह। जा का दर्श पाप कोट उतारे। जिस गुरबाणी दे दर्शन कीते हैं, संगत दे दर्शन कीते हैं, गुरु संत जिन्हां दे दर्शन कीतियां करोड़ों पाप उतर जाते हैं। आखो सतनाम श्री वाहिगुरू। भेटत संग ये भवजल तारे। सानू उस संगियां दा संग बख्शो। महाराज कहते हैं जड़ा ये भवजल है, ये संसार भवजल है जी, इस तो पार उतरना बहुत औखा है। जड़ा समुंदर है वो तो समुद्री जहाज नाल पार हो सकता है, 7 समुंदर भी पार हो सकते हैं, पर ये जरा संसारिक भवजल है ये नाम नाल पार हो सकता है। नाम की बेड़ी ते मलाह भी चाहिए हैं। जड़े संत लोग होंदे हैं, गुरसिख प्यारे जड़ा मार्गदर्शन करते हैं, इस तो बिना ये पार नहीं उतर सकता। आखो सतनाम श्री वाहिगुरू। सतगुर यही उपदेश देंदे हैं आज के हुक्मनामे। ओए साजन ओए मीत प्यारे, जो हमको हर नाम चितारे। ओ मेरे सज्जन मित्र हैं, वो मेरे प्यारे हैं, जो हमको हर नाम चितारे। जड़े सानू नाम नाल जोड़ते हैं, नाम चेता कराते हैं। जड़े नाम के संगी हैं, आप भी नाम जपते हैं, होरां नूं भी जोड़ते हैं। ऐसे गुरसिख प्यारे वो मेरे असली मित्र हैं, वो मेरे सज्जन मित्र हैं। एक तो यार होंदे हैं मित्र दुनियावी, एक होंदे हैं गुरमुख प्यारे जिन्हां दी यार जिन्हां नाल संबंध रखना इस औखी घड़ी तो भी निकल जाएगा। आखो सतनाम श्री वाहिगुरू। सही प्यारे मेल जिन्हां मिलिया तेरा नाम चिते आवे, जिन्हां नूं मिल के तेरा नाम याद आंदा। आओ असी भी ओ वडभागी सिख बनीए। सारी संगत ने नाम जपना है जी, कोई रसना इस वेले खाली ना रहा करे। सचखंड का समा है, दरगाही समा है, अमृत वेला है, नाले संगत दे विच बैठ के नाम जपना किसी नूं प्राप्त होंदा है। सारे जपया करो वाहेगुरु 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 वाहेगुरु। वाहेगुरु 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 वाहेगुरु
ਵਾਹਿਗੁਰੂ 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 ਵਡ ਭਾਗੀ ਹਰ ਸੰਗਤ ਪਾਵੇ ਵਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਬ੍ਰਹਮ ਚੋਟਾਂ ਖਾਵੇ ਭਾਗਹੀਨ ਬ੍ਰਹਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰਿਜੈ ਜਿਉ ਬਿਨ ਸੰਗਤ ਮੈਲ ਪਰਿਜੈ ਜਿਉ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਗੁਰੂ ਅਰਜਨ ਦੇਵ ਮਹਾਰਾਜ ਸੂਹੀ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਹੈ ਜੀ। ਜਾ ਕੈ ਦਰਸ ਪਾਪ ਕੋਟ ਉਤਾਰੇ। ਉਹ ਸੰਤ ਜਨ ਹੀ ਮੇਰੇ ਪਿਆਰੇ ਮਿੱਤਰ ਹਨ ਜੀ, ਜਿਨ੍ਹਾਂ ਦੇ ਦਰਸ਼ਨ ਨਾਲ ਕਰੋੜੋਂ ਪਾਪ ਲੈ ਜਾਂਦੇ ਹਨ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੰਤ ਜਨਾਂ ਦਾ ਜ਼ਿਕਰ ਆਇਆ। ਭੇਟਤ ਸੰਗ ਇਹ ਪਉ ਜਲ ਤਾਰੇ।
ਜਿਨ੍ਹਾਂ ਦੇ ਚਰਨਾਂ ਨਾਲ ਛੂਹਿਆਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ। ਜਿਨ੍ਹਾਂ ਦੀ ਧੂੜ ਪੈ ਜੇ ਮੱਥੇ ਤੇ ਨਰਕਾਂ ਤੋਂ ਵੀ ਬਚਿਆ ਜਾ ਸਕਦਾ ਹੈ। ਧੂੜੀ 'ਚ ਇੰਨੀ ਤਾਕਤ ਹੈ ਸੰਤ ਜਨਾਂ ਦੀ। ਓਏ ਸਾਜਨ ਓਏ ਮੀਤ ਪਿਆਰੇ, ਉਹ ਸੰਤ ਜਨ ਹੀ ਮੇਰੇ ਸੱਜਣ ਹਨ ਅਸਲੀ। ਉਹੀ ਮੇਰੇ ਪਿਆਰੇ ਮਿੱਤਰ ਯਾਰ ਹਨ, ਜੋ ਹਮਕੋ ਹਰ ਨਾਮ ਚਿਤਾਰੇ। ਰਹਾਓ, ਜਿਹੜੇ ਮੈਨੂੰ ਪਰਮਾਤਮਾ ਦਾ ਨਾਮ ਚੇਤੇ ਕਰਾਉਂਦੇ ਹਨ। ਰਹਾਓ ਸ਼ਬਦ ਨਾਲ ਜੋੜਦੇ ਹਾਂ। ਜਾ ਕਾ ਸ਼ਬਦ ਸੁਨਤ ਸੁਖ ਸਾਰੇ, ਉਹੀ ਹਨ ਮੇਰੇ ਮਿੱਤਰ ਜਿਨ੍ਹਾਂ ਦੇ ਬਚਨ ਸੁਣਿਆ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ। ਸੁਣਿਆ ਹੈ ਦੁੱਖ ਪਾਪ ਕਾ ਨਾਸ, ਪਾਪ ਵੀ ਦੂਰ ਤੇ ਦੁੱਖ ਵੀ ਦੂਰ। ਜਾ ਕਾ ਸ਼ਬਦ ਸੁਨਤ ਸੁਖ ਸਾਰੇ, ਜਾ ਕੀ ਟਹਿਲ ਜਮਦੂਤ ਬਿਦਾਰੇ। ਜਿਨ੍ਹਾਂ ਦੀ ਟਹਿਲ ਕੀਤੀਆਂ ਜਮਦੂਤ ਵੀ ਛੂੰਦੇ ਨਹੀਂ, ਨਾਸ ਹੋ ਜਾਂਦੇ ਹਨ। ਬਿਦਾਰੇ ਮਤਲਬ ਜਮਦੂਤ ਵੀ ਨਾਸ਼ ਹੋ ਜਾਂਦੇ ਹਨ। ਜਾਂ ਕੀ ਧੀਰਕ ਇਸ ਮਨੇ ਸਦਾਰੇ, ਉਹੀ ਹਨ ਮੇਰੇ ਮਿੱਤਰ ਜਿਨ੍ਹਾਂ ਦੀ ਦਿੱਤੀ ਹੋਈ ਧੀਰਜ, ਜਿਨ੍ਹਾਂ ਨੇ ਮੈਨੂੰ ਦਿਲਾਸਾ ਦਿੱਤਾ ਹੈ, ਮੇਰੇ ਇਸ ਮਨ ਨੂੰ ਸਹਾਰਾ ਦਿੰਦੀ ਹੈ। ਉਹ ਗੱਲ ਮੇਰੀ ਸਹਾਰਾ ਬਣ ਗਈ ਹੈ ਕਿ ਮੈਨੂੰ ਸੰਤ ਜਨ ਭਰੋਸਾ ਦਿੰਦੇ ਹਨ ਕਿ ਅਸੀਂ ਤੇਰੇ ਨਾਲ ਹਾਂ, ਤੂੰ ਨਾਮ ਤਾਂ ਜਪ, ਤੇਰੀ ਜਮਦੂਤ ਦੀ ਖਲਾਸੀ ਕਰਾ ਦਾਂਗੇ, ਜਮਦੂਤਾਂ ਤੋਂ ਬਚਾ ਦਾਂਗੇ, ਤੂੰ ਨਾਮ ਜਪ। ਜਾ ਕਾ ਸਿਮਰਨ ਮੁਖ ਉਜਲਾਰੇ, ਜਿਨ੍ਹਾਂ ਦੇ ਦਿੱਤੇ ਹੋਏ ਹਰ ਨਾਮ ਦੇ ਸਿਮਰਨ ਨਾਲ ਲੋਕ ਪਲੋਕ ਵਿੱਚ ਮੂੰਹ ਉਜਲਾ ਹੁੰਦਾ ਹੈ। ਇੱਧਰ ਵੀ ਜੈ ਜੈਕਾਰ, ਅੱਗੇ ਵੀ ਵਡਿਆਈਆਂ, ਅੱਗੇ ਵੀ ਜੈ ਜੈਕਾਰ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਇਹ ਨਾਨਕ ਪ੍ਰਭੂ ਨੇ ਆਪ ਹੀ ਆਪਣੇ ਸੇਵਕਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੈ, ਚੰਗਾ ਬਣਾ ਦਿੱਤਾ ਹੈ। ਸੇਵਕਾਂ ਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਲੱਗੇ ਹਨ, ਬਾਣੀ ਗੁਰੂ ਨਾਲ ਜੁੜੇ ਹਨ, ਉਹਨਾਂ ਦੀ ਗੱਲ ਹੋ ਰਹੀ ਹੈ। ਸ਼ਰਨ ਨਾਨਕ ਤਿਨ ਸਦ ਬਲਿਹਾਰੇ, ਉਹਨਾਂ ਸੇਵਕਾਂ ਦੀ ਸ਼ਰਨ ਪੈਣਾ ਚਾਹੀਦਾ ਹੈ, ਉਹਨਾਂ ਤੋਂ ਸਦਾ ਕੁਰਬਾਨ ਹੋਣਾ ਚਾਹੀਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਮਾਲ ਹੈ ਜਿਸ ਗੁਰਬਾਣੀ ਨਾਲ ਅਸੀਂ ਜੁੜੇ ਹਾਂ। ਗੁਰਬਾਣੀ ਲਗਭਗ ਹਰ ਹੁਕਮਨਾਮੇ ਵਿੱਚ ਸਾਧੂ ਦੀ ਉਸਤਤ ਕਰਦੀ ਹੈ, ਸਾਧੂ ਦੀ, ਨਾਮ ਜਪਣ ਵਾਲੀ ਰੂਹਾਂ ਦੀ ਉਸਤਤ ਕਰਦੀ ਹੈ। ਪਰ ਦੇਖ ਲਓ ਸਾਡਾ ਮਨ ਕਿੰਨਾ ਢੀਠ ਹੋ ਗਿਆ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਗੱਲ ਲਿਖੀਆਂ ਹੈ ਉਹ ਨਹੀਂ ਮੰਨਦੇ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਮੱਥਾ ਟੇਕ ਕਰੇ ਕਹਿੰਦੇ ਹਾਂ ਗੁਰੂ ਸਾਡੇ ਹਨ, ਪਰ ਗੁਰੂ ਦੀ ਗੱਲ ਨਹੀਂ ਮੰਨਣੀ। ਗੁਰੂ ਕਹਿੰਦੇ ਅੰਮ੍ਰਿਤ ਵੇਲੇ ਜਾਗ ਸਿੱਖਾ, ਨਹੀਂ ਜਾਗਾਂਗੇ, ਅਸੀਂ ਆਪਣੀ ਮਰਜ਼ੀ ਕਰਨੀ। ਅੰਮ੍ਰਿਤ ਵੇਲਾ ਹਰ ਵਕਤ ਹੀ ਹੈ। ਇਹ ਵੀ ਹੁਣ ਵਰਲਡ ਸੁਣਨ ਨੂੰ ਨਵਾਂ ਸ਼ੁਰੂ ਹੋ ਗਿਆ ਹੈ। ਕਈ ਕਹਿੰਦੇ ਅੰਮ੍ਰਿਤ ਵੇਲਾ ਕਿਹੜਾ ਨਹੀਂ ਹੈ, ਸਾਰੇ ਹੀ ਅੰਮ੍ਰਿਤ ਵੇਲੇ ਹਨ। ਹੋਰ ਤੇ ਹੋਰ ਕਈ ਉਦਾਹਰਨ ਦੇਣੇ ਸ਼ੁਰੂ ਹੋ ਗਏ ਹਨ ਕਿ ਅੰਮ੍ਰਿਤ ਛਕਣਾ ਵੀ ਜ਼ਰੂਰੀ ਕਿਹੜਾ ਹੈ, ਕਿ ਨਗੂਰੇ ਤਰਦੇ ਨਹੀਂ। ਕੌਣ ਕਹਿੰਦਾ ਹੈ ਜਿਹੜੇ ਅੰਮ੍ਰਿਤ ਨਹੀਂ ਛਕਦੇ ਕਿ ਉਹਨਾਂ ਦੀ ਗਤੀ ਨਹੀਂ ਹੋਏਗੀ? ਯਾਨੀ ਅਸੀਂ ਗੁਰੂ ਤੋਂ ਵੀ ਉੱਚੇ ਹੋ ਗਏ, ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਹੀ ਅਸੀਂ ਇਹ ਸਲਾਹਾਂ ਦੇ ਰਹੇ ਹਾਂ ਪੁੱਠੀ ਸਿੱਧੀਆਂ। ਗੁਰਬਾਣੀ ਨੂੰ ਮੱਥਾ ਜ਼ਰੂਰ ਟੇਕ ਰਹੇ ਹਾਂ ਜੀ, ਪਰ ਗੁਰਬਾਣੀ ਵਿੱਚ ਜੋ ਦਰਜ ਹੈ, ਮਾਫ਼ ਕਰਨਾ, ਹਜੇ ਤੱਕ ਸਾਨੂੰ ਉਹ ਹਿਰਦੇ ਵਿੱਚ ਵਸਣਾ ਸ਼ੁਰੂ ਨਹੀਂ ਹੋਇਆ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਇਹ ਤਾਂ ਉਹ ਗੱਲ ਹੋ ਗਈ, ਇੱਕ ਪੁੱਤਰ ਆਪਣੇ ਪਿਤਾ ਨੂੰ ਕਹਿ ਰਿਹਾ ਹੈ ਮੇਰੇ ਪਿਤਾ ਦਾ ਨਾਮ ਇਹ ਹੈ, ਉਹ ਮੇਰਾ ਬਾਪੂ ਹੈ। ਪਰ ਬਾਪੂ ਜਦੋਂ ਇਕੱਲੇ ਕਮਰੇ ਵਿੱਚ ਪੁੱਤਰ ਨੂੰ ਡਾਂਟਦਾ ਹੈ, ਕੋਈ ਕੰਮ ਕਹਿੰਦਾ ਹੈ, ਤੇ ਬਾਪੂ ਦਾ ਕਹਿਣਾ ਨਹੀਂ ਮੰਨਾਂਗਾ, ਪਿਤਾ ਦਾ ਕਹਿਣਾ ਥੋੜ੍ਹਾ ਨਾ ਮੰਨੀਦਾ। ਬੱਚੇ ਜਵਾਨ ਹੋ ਗਏ ਹਨ, ਹੁਣ ਆਪਣੀ ਚਾਲੀ ਚੱਲਦੇ ਹਨ। ਇਹ ਗੱਲ ਹੋ ਗਈ
सेम टू सेम। एक दुनियावी उदाहरण तौर पर अगर लिती जाए गल तो प्यारिओ ये गल नहीं करनी, जे सच्ची मुच्ची पार उतारा चाहते हो, जो गुर कहे सोई भल मानो। बस मेरे गुरु ने जो आख्या है वो मेरे वास्ते चंगा है। आखो सतनाम श्री वाह। एग्जाम्पल तौर पे जदों गुरु अंगद देव जी गुरु नानक साहब जी को गुरु धारिया ना, तो अंगद देव जी जो गल गुरु नानक देव जी आख देंदे सन ना, उन्होंने मन लेंदे सी, बल्कि करते भी सी। खाली मनना तो एक गल हो गई ना कि असी मन ली चलो, एक करती। जे गुरु नानक जी ने कहता कि अमृत वेला हो गया, बाहर जाके देखो 12 बजे सी, पर अमृत वेला हजे रात सी, होया नहीं सी। पर गुरु अंगद देव जी आखते हैं मेरे गुरु नानक देव जी ने कहता तो अमृत वेला हो गया, उठो आखो सतनाम श्री वाह। जे अगर उन्होंने कहता पेड़ों पर मिठाई लगी है तो गिरेगी, ऊपर चढ़ के पेड़ झाड़ना शुरू करता और मिठाई गिरी, लोग चद्दर लग के थले खड़ गए सी, ते विच लड्डू जलेबियाँ गिरी सी पेड़ तो। जो गुर कहे सोई भल माने। ये अंगद देव जी की अवस्था की कथा ना सुनिया करो, कोशिश करया करो कि 10% भी असी चल जाइए। 10%, 100% तो चलना बहुत औखा है। जे 10% जे गुरु अंगद देव जी की इस साखियां नूं असी ध्यान नाल सुनीए, फिर मनीए तो समझिए गुरु अंगद देव जी चाहते की सी। वो यही चाहते सी कि मेरे हुक्म, मेरे गुरु का जो हुक्म है वो प्रवान हो जाए। मेरा गुरु कितने ये नाराज़ ना हो जाए कि मेरा पुत्र मेरा कहना ही नहीं मनता। जब मैं आखता कि मिठाई गिरेगी तो गिरेगी, यदि शंका की करनी है। जे दिन चढ़ गया तो चढ़ गया। एक बारी कहते कपड़े उतारते महाराज जी ने, कहते कपड़े धो के लिया, दिन चढ़ गया। बाहर देखा तो अंधेरी रात। हुण गुरु अंगद देव जी ने कपड़े सारे पोटली च बन ले तो नदी के किनारे पहुँच गए, तो जाके धोन लग गए गुरु का हुक्म मन के। हुण कपड़े सुखन की प्रॉब्लम किन दूर होवे, धुप होवे तो फटाफट छेती सुख जाते हैं। तो गुरु नानक देव जी बड़े खुश सन गुरु अंगद देव जी ते। उसी वेले सूरज निकल आया। आखो सतनाम श्री वाह। जदों ये गल होई ना, कपड़े धो के खलेरन लगे रस्सी ते सारी धुप धुप हो गई, प्रकाश हो गया। क्योंकि सेवक ने कहना जो मनिया सी, गुरु समर्थ है साडे, तो सब कुछ करन समर्थ हैं। कई कई इम्तिहानां तो गुरु अंगद देव जी ने पास होके गुरगद्दी वल कदम रखे हैं, एवें नहीं। गुरु अंगद देव जी महाराज जदों पहली बार मिलन आए ना लैणा जी, बड़े ही सुंदर पोशाक ते घोड़ी, अमीर घराने दे सी है, अमीर घराने खत्री। हुण आए हैं, किसी ने दसिया कि गुरु नानक देव जी इस थां ते रहिंदे हैं। उस इलाके दे वल जदों घोड़ी ते आए तो एड्रैस पुछण लगे, पता, तो गुरु नानक देव जी आप घोड़ी की लगाम फड़ ली आप आके। उन्होंने नहीं पता, उन्होंने वास्ते पहली बार से। वो कहते कि मैनू गुरु नानक साहिब जी के घर जाना है, राह पता है आप जी? वो कहते हाँ पता है, आओ मैं तुहानू लै जाना। घोड़ी की लगाम फड़ ली, घोड़ी ते गुरु अंगद देव जी लैणा जी ते गुरु नानक देव जी पैदल ते लै के चल रहे हैं। घर का रास्ता दिखा के उधर ही छोड़ता है, तो आप घूम के घर के पिछले दरवाजे तो आके गद्दी ते बैठ गए। आखो सतनाम श्री वाह। हुण लैणा जी जो दर्शन करन उतरे ना, अंदर आए पहली बार, जो देखिया तो हैरान हो गए। जिन्होंने घोड़ी की लगाम फड़ी सी
ਉਹ ਤਾਂ ਸਾਹਮਣੇ ਬੈਠੇ ਹਨ। ਪੈਰਾਂ ਵਿੱਚ ਮੱਥਾ ਟੇਕ ਕੇ ਆਖਦੇ ਹਨ, ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਜੀ ਮੈਨੂੰ ਲੈਣ ਆਏ ਸੀ। ਮੈਂ ਰਾਹ ਪੁੱਛਦਾ ਸੀ ਤੁਹਾਡਾ, ਅਤੇ ਤੁਸੀਂ ਮੈਨੂੰ ਦੱਸਣਾ ਨਹੀਂ ਕੀਤਾ, ਮਾਫੀ ਦੇਣਾ, ਮੈਂ ਤੁਹਾਡੀ ਪਹਿਚਾਣ ਨਹੀਂ ਕਰ ਸਕਿਆ। ਕਹਿੰਦੇ ਤੁਸੀਂ, ਤੁਹਾਡਾ ਨਾਮ ਕੀ ਹੈ ਪਹਿਲੇ ਦੱਸੋ। ਕਹਿੰਦੇ ਲੈਣਾ। ਕਹਿੰਦੇ ਲੈਣ ਵਾਲਾ ਫਿਰ ਘੋੜੀਆਂ 'ਤੇ ਚੜ੍ਹ ਕੇ ਆਉਂਦੇ ਹਨ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਲੈਣਾ ਜੀ, ਅਸੀਂ ਤੁਹਾਡਾ ਦੇਣਾ, ਤੁਸੀਂ ਲੈਣਾ, ਤੁਹਾਡਾ ਨਾਮ ਵੀ ਲੈਣਾ। ਅਤੇ ਲੈਣ ਵਾਲਾ ਤਾਂ ਹਮੇਸ਼ਾ ਹੀ ਘੋੜੀ 'ਤੇ ਚੜ੍ਹ ਕੇ ਆਉਂਦਾ ਹੈ, ਉਹਦਾ ਸਤਿਕਾਰ ਹੁੰਦਾ ਹੈ। ਦੇਖੋ ਇਸ਼ਾਰਾ ਹੀ ਹੁੰਦਾ ਹੈ। ਅਜੇ ਗੱਦੀ ਵੀ ਨਹੀਂ ਮਿਲੀ, ਕੁਛ ਵੀ ਨਹੀਂ ਹੋਇਆ, ਪਹਿਲੀ ਵਾਰ ਭੇਟਾ ਹੋਈ ਹੈ, ਸੇਵਾ ਵੀ ਨਹੀਂ ਸ਼ੁਰੂ ਕੀਤੀ, ਪਰ ਦੇਖੋ ਇਸ਼ਾਰਾ ਕਿੰਨਾ ਸੋਹਣਾ ਦੇਤਾ ਪਹਿਲੇ ਹੀ ਕਿ ਸਭ ਕੁਝ ਲੈ ਜਾਏਗਾ, ਲੈਣਾ ਸਾਰਾ ਕੁਝ ਲੈ ਲਵਾਂਗੇ। ਇਹ ਜਿਹੜੀ ਸੇਵਾ ਹੈ ਇਹ ਬੜੀ ਔਖੀ ਮਿਲਦੀ ਹੈ ਜੀ। ਪਹਿਲੇ ਤਾਂ ਪ੍ਰਾਪਤੀ ਨਹੀਂ ਹੁੰਦੀ, ਜੇ ਮਿਲ ਜਾਵੇ ਤਾਂ ਦਿਨ ਬਰ ਦਿਨ ਇਹਦੇ ਅੰਦਰ ਨਿਮਰਤਾ ਧਾਰੋ, ਆਪਣੀ ਬੋਲ ਬਾਣੀ ਵਿੱਚ ਨਿਮਰਤਾ, ਕਿਸੇ ਦਾ ਹਿਰਦਾ ਨਹੀਂ ਦੁਖਾਣਾ। ਗੁਰੂ ਅਮਰਦਾਸ ਜੀ ਵਰਗੇ ਬਣੋ। ਗੁਰੂ ਅਮਰਦਾਸ ਜੀ 12 ਸਾਲ ਗਾਗਰ ਧੋਈ ਗੁਰੂ ਅੰਗਦ ਦੇਵ ਸਾਹਿਬ ਜੀ ਦੀ, ਅਤੇ ਇੰਨਾ ਸਤਿਕਾਰ ਗੁਰੂ ਦਾ। ਵਿਆਸਾ ਦਰਿਆ ਜਾਣਾ ਅੰਮ੍ਰਿਤ ਵੇਲੇ, ਅਤੇ ਪਹਿਲਾਂ 6 ਕੁ ਪੁੱਠੇ ਪੈਰ ਜਾਣਾ, ਗਾਗਰ ਸਿਰ 'ਤੇ ਅਤੇ ਪੁੱਠੇ ਰਸਤੇ ਜਾਣਾ ਕਿ ਗੁਰੂ ਵੱਲ ਪਿੱਠ ਨਾ ਹੋ ਜਾਏ। ਫਿਰ ਪਿੱਠ ਕਰਦੇ ਦੱਸੋ ਕਦੋਂ ਅਸੀਂ ਅਰਦਾਸ ਕਰਦੇ ਸੀ ਪਹਿਲੇ ਕਿ ਮਹਾਰਾਜ ਹੁਣ ਘਣਾ ਜੰਗਲ ਆ ਗਿਆ, ਨਦੀ ਆਉਣ ਵਾਲੀ ਹੈ, ਵਿਆਸਾ ਅਤੇ ਮੈਂ ਤੁਹਾਡੇ ਵੱਲ ਪਿੱਠ ਕਰ ਰਿਹਾ, ਮੇਰੀ ਗੁਸਤਾਖੀ ਮਾਫ ਕਰਨਾ। ਉੱਧਰ ਜਾ ਕੇ ਵੀ ਇੰਨਾ ਸਤਿਕਾਰ, ਗਾਗਰ ਨੂੰ ਸਿਰ 'ਤੇ ਹੀ ਰੱਖਣਾ, ਸਿਰ ਤੋਂ ਲਾਂਦੇ ਨਹੀਂ ਸੀ। ਗਾਗਰ ਸਮੇਤ, ਆਪਣੇ ਕੱਪੜੇ ਸਮੇਤ, ਮੂੰਹ ਸਮੇਤ ਡੁਬਕੀ ਲਾਣੀ, ਗਾਗਰ ਵਿੱਚ ਪਾਣੀ ਭਰ ਜਾਣਾ ਅਤੇ ਗਾਗਰ ਉੱਪਰ ਉਠਾ ਲੈਣੀ, ਫਿਰ ਚੱਲ ਪੈਣਾ ਗੁਰੂ ਵੱਲ। ਗਾਗਰ ਥੱਲੇ ਨਹੀਂ ਰੱਖਦੇ ਸੀ ਜ਼ਮੀਨ 'ਤੇ, ਸਿਰ 'ਤੇ ਰੱਖਦੇ ਸੀ, ਇੰਨੀ ਸਤਿਕਾਰ ਗੁਰੂ ਦਾ। ਅਤੇ ਰਾਸਤੇ ਵਿੱਚ ਇੱਕ ਦਿਨ ਜਦੋਂ ਠੋਕਰ ਲੱਗੀ ਨਾ ਜੁਲਾਈ ਦੀ ਉਹ ਆਈ ਝੋਪੜ ਜੀ ਜੁਲਾਈ ਦੀ, ਉਹ ਥੋੜ੍ਹੀ ਕੜਕ ਸੀ ਜੁਲਾਈ ਨੂੰ ਖੜਕਾ ਸੁਣਿਆ, ਕਿੱਲੀ ਨਾਲ ਠੋਕਰ ਲੱਗੀ ਸੀ ਮਹਾਰਾਜ ਜੀ ਦੀ, ਅਤੇ ਬੋਲਿਆ ਜੁਲਾਈ ਨੇ ਉੱਚੀ ਸਾਰੀ, ਕੌਣ ਹੈ ਇਸ? ਜੁਲਾਈ ਨੇ ਜਦੋਂ ਬੋਲਿਆ ਕੌਣ ਹੈ, ਅਤੇ ਜੁਲਾਈ ਅੱਗੋਂ ਬੋਲੀ, ਤਾਨਾ ਜਾ ਮਾਰਿਆ, ਹੋਰ ਕੌਣ ਹੋਏਗਾ? ਉਹ ਅਮਰੂ ਨਥਾਵਾਂ ਹੀ ਹੈ। ਅਮਰੂ ਉਹ ਸਵੇਰੇ ਸਵੇਰੇ ਗਾਗਰ ਭਰਨ ਜਾਂਦਾ ਹੈ। ਜਦੋਂ ਇਹ ਗੱਲ ਆਖੀ ਤੇ ਗੁਰੂ ਅਮਰਦਾਸ ਜੀ ਅੱਗੋਂ ਕੁਛ ਨਹੀਂ ਬੋਲੇ, ਸਾਰ ਗਏ ਉਸ ਤਾਨੇ ਨੂੰ। ਪਰ ਇਹ ਜ਼ਰੂਰ ਬੋਲੇ, ਝੱਲੀ ਮੈਂ ਤਾਂ ਹੁਣ ਨਿਥਾਵਾਂ ਨਹੀਂ ਰਿਹਾ, ਮੈਂ ਤਾਂ ਗੁਰੂ ਵਾਲਾ ਬਣ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਵਾਲਾ ਬਣ ਗਿਆ, ਮੇਰੇ ਵੱਡੇ ਭਾਗ ਹਨ, ਤੂੰ ਮੈਨੂੰ ਨਿਥਾਵਾਂ ਆਖਦੀ ਹੈ। ਬਸ ਇਹ ਝੱਲੀ ਵਰਡ ਕਿਹਾ ਅਤੇ ਜਿਹੜਾ ਵਾਕ ਸੀ ਵਚਨ ਪੂਰਾ ਹੀ ਹੋਣਾ ਸੀ। ਉਹ ਝੱਲੀ ਹੋ ਕੇ ਜੰਗਲ ਵਿੱਚ ਭੱਜ ਗਈ, ਕੱਪੜੇ ਫਾੜਦੇ ਜੁਲਾਈ। ਅਤੇ ਜਦੋਂ ਪਹੁੰਚੇ ਗੁਰੂ ਜੀ ਕੋਲ, ਅਤੇ ਗੁਰੂ ਅੰਗਦ ਦੇਵ ਜੀ ਬੈਠੇ ਸਨ ਇਸ਼ਨਾਨ ਵਾਸਤੇ, ਅਤੇ ਗੁਰੂ ਅਮਰਦਾਸ ਜੀ ਨੂੰ ਕਾਰਨ ਪੁੱਛਿਆ, ਤੁਸੀਂ ਅੱਜ ਥੋੜ੍ਹੀ ਦੇਰ ਵਿੱਚ ਆਇਓ? ਜਾਣਦੇ ਤੇ ਸਭ ਕੁਝ ਹੀ, ਬਸ ਅੱਜ ਜਾਣ ਕੇ ਪੁੱਛਿਆ ਪ੍ਰਸ਼ਨ। ਅੱਗੋਂ ਬੋਲੇ ਗੁਰੂ ਅਮਰਦਾਸ ਜੀ, ਕਹਿੰਦੇ ਕੁਛ ਨਹੀਂ, ਠੋਕਰ ਖਾ ਗਿਆ ਸੀ, ਠੋਕਰ। ਕਹਿੰਦੇ ਠੋਕਰ ਨਹੀਂ ਖਾਈ, ਤੂੰ ਠੋਕਰ ਨਹੀਂ ਖਾਣ ਵਾਲਾ, ਤੂੰ ਤਾਂ ਠੋਕਰ ਖਾਣ ਵਾਲੇ ਨੂੰ ਸੰਭਾਲਣ ਵਾਲਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬਾਬਾ ਜੀ ਨੇ ਬਚਨ ਕੀਤਾ, ਕਹਿੰਦੇ ਜਾ, ਤੈਨੂੰ ਜੋ ਨਿਥਾਵਾਂ ਕਹੇਗਾ, ਅੱਜ ਤੋਂ ਬਾਅਦ ਤੂੰ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨੀ ਓਟਿਆਂ ਦੀ ਓਟ, ਨੀ ਆਸਰਿਆਂ ਦੇ ਆਸਰੇ, ਨੀ ਗੱਤਿਆਂ ਦੀ ਗੱਤ, ਨੀ ਪੱਤਿਆਂ ਦੀ ਪੱਤ, ਨੀ ਧਰਿਆਂ ਦੇ ਧਰ, ਨੀ ਲਜਿਆਂ ਦੇ ਲਜ, ਪੀਰਾਂ ਦੇ ਪੀਰ। 12 ਵਰ ਹੋ ਗਏ, 12 ਵਰ
उन्होंने देते, मूँह तो बोली जान। तो गुरु अमरदास जी नीवी पा के परना गले विच पा के सरोपा ते सारी गल सुनते हैं ध्यान नाल, क्योंकि गुरु जी आप ही कृपा कर रहे सन। वो सारी शक्तियाँ अपनियां दे रहे सन कि ये जड़ा आने वाले समय विच जुगा जुगा गुरु अमरदास जी का नाम रहेगा, ये इदा सब नूं किरपा करया करनगे। वो जुलाई ने किस तरह कहता, किस तरह कहता इन्हों इन्ने वड्डी गल। पर गुरु अमरदास जी ने कोई चुगली नहीं की जुलाई की, कोई शिकायत नहीं, कोई कुछ नहीं। कहते जड़ा अजर नूं जरदा है ना, इस तरह जे बोल कबोलना नूं 100 साल का तप लिखिया गुरबाणी 100 साल किन्ने लग जाते। वो तप एक क्षण मात्र विच ही बोल सह के झोली विच आ डिग पैंदा है, पै जाता है। आखो सतनाम श्री वाह वाह। बोल कबोल किसी का सहार लेना, 100 साल की भगती ले लेनी एक सैकेंड, पर अगों बोलना नहीं, जवाब नहीं देना, नालों नाल शिकायत नहीं करनी, तां पैंदा है। बाद भी नहीं करनी, उस वेले भी नहीं बोलना, तो बाद भी नहीं उस गल का जिक्र नहीं करना। ता गुरबाणी की जड़ी राह है ये यही सिखाती है, निमरता। गुरु नानक के घर विच निमरता है। गुरु नानक साहब सिर्फ निमरता धार के आए सन। 75 पैसे कहते निमरता श्री गुरु नानक देव जी कोल सीगी, 25 पैसे वो निरंकार कोल रख आए सी, ताकि निरंकार जिन्हां विच निमरता नहीं है उन्होंने वंड कर सकन। 25 पैसे 75 पैसे आप ले आए सी। ताई तो गुरु नानक देव जी कभी जताते नहीं सी कि मैं बड़ा वड्डा सिद्ध पुरख हाँ, मैं निरंकार का रूप हाँ, कुछ भी नहीं किया उन्होंने। कोई भी उन्होंने वाद विवाद करता सी, अगों हाथ जोड़ देंदे सी। हाँ, उहदे अंदरों बुरियाई मार देंदे सी, उहदा जड़ी अंदरों गलत गल सी, भावें वो बली कंधारी होए हंकारी, चाहे कोडा राकश होए, चाहे भूमिया चोर होए, चाहे सज्जन ठग होण, चाहे बाबर होए, जिन्हों ने गुरु नानक देव जी का बुरा सोचिया, बाबा जी ने निमरता धार के उन्हों का सुधार किया, उन्होंने कोई सज़ा नहीं दी, बल्कि वो भी भगत बन गए। वो भी भगती पासे लाते बाबा जी ने, संगत वाले पासे लाते। ऐसे साडे समर्थ गुरु एक बारी गुरु नानक देव जी नाल ना कोई पीर वड्डा बहस करन लग गया। बहस गुरु नानक देव जी बैठे सन, मिलाप होया है। पीर साहब अगों बोले, जे तुसी कहो मेरा खुदा नाल डायरैक्ट गल है, डायरैक्ट मैं अज अमृत वेले जाना है समाधि विच, कुछ भी मंगो मैं खुदा को लैके तुहानू दे सकना जे तुसी मंगो। गुरु नानक देव जी बड़ी निमरता धारी, कहते पीर जी मैनू कुछ नहीं चाहिए, निरंकार ने सब कुछ दिता है, मैनू किसी गल की लोड़ नहीं। जिद की उन्हें, हंकार सी खुदा नाल मिलन का चाह, हुण हंकार ही बोलिया दोबारा दसो मैं ले आना, कहो तो सही। गुरु नानक देव जी कहते चंगा पीर जी बड़ी जिद करते हो, जाओ फिर इंज करो निरंकार कोलो मेरे वास्ते गरीबी ते निमरता लैके आना अज। आखो सतनाम श्री वाह। बस सुनिया लात कहते बस यही गल, कहते ठीक है। जदों खुदा के दर्शन होए उस पीर नूं, हुण गल करता है, कहते धरती ते मैनू कोई संत मिले हैं, उन्होंने कोई डिमांड मंगी है, उन्होंने मंग की है कि निमरता ते गरीबी की दात झोली विच पाओ, निरंकार मैं उन्होंने जाके देनी है, हुण मैनू तुसी दिओ मैं उन्होंने देवां। निरंकार भी हैरान हो गए, पीर साहब वो कौन हैं जड़े ये गल मंगते हैं निमरता ते गरीबी, वो कित्थे गुरु नानक देव जी ते नहीं धरती ते। पीर कहता क्यों वो की करते हैं, कहते वो तो पहले ही जदों उन्होंने धरती ते भेजा गया है, मेरे को 75 पैसे निमरता ते गरीबी लैके चले गए हैं,
25 ਪੈਸੇ ਮੇਰੇ ਵਾਸਤੇ ਛੱਡ ਗਏ ਸੀ ਵੰਡਣ ਵਾਸਤੇ। ਜੇ ਮੈਂ ਉਹ ਵੀ ਦੇ ਦੇਵਾਂਗਾ ਉਹਨਾਂ ਨੂੰ ਤੇ ਫਿਰ ਮੈਂ ਸੰਸਾਰ ਨੂੰ ਕਿੱਥੋਂ ਨਿਮਰਤਾ ਬਖਸ਼ਾਂਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪੀਰ ਸਾਹਿਬ ਜਾਣੂ ਸੀ ਨਾਮ। ਪੀਰ ਸਾਹਿਬ ਕਹਿੰਦੇ ਹਾਂ ਉਹ ਤਾਂ ਗੁਰੂ ਨਾਨਕ ਦੇਵ ਜੀ ਹਨ ਜਿਹੜੇ ਧਰਤੀ 'ਤੇ ਮੈਨੂੰ ਮਿਲੇ ਹਨ। ਨਿਰੰਕਾਰ ਕਹਿੰਦੇ ਜਾ ਫਿਰ ਉਹਨਾਂ ਤੋਂ ਸਿੱਖ। ਉਹਨਾਂ ਨੇ ਆਪਣਾ ਆਪ ਜਤਾਇਆ ਨਹੀਂ, ਤੈਨੂੰ ਆਪਣਾ ਦੱਸਿਆ ਨਹੀਂ। ਇਹ ਗੱਲ ਮੈਂ ਦੱਸ ਰਿਹਾ ਤੈਨੂੰ। ਇੰਨੀ ਗਰੀਬੀ ਨਿਮਰਤਾ ਹੈ ਗੁਰੂ ਨਾਨਕ ਦੇਵ ਜੀ 'ਚ। ਜਾ ਤੂੰ ਉਹਨਾਂ ਦੇ ਚਰਨੀ ਢਹਿ ਜਾ। ਪੀਰ ਸਮਾਧੀ ਤੋੜ ਕੇ ਜਦੋਂ ਅੰਮ੍ਰਿਤ ਵੇਲੇ ਜਦੋਂ ਗੁਰੂ ਨਾਨਕ ਸਾਹਿਬ ਜੀ ਦਰਸ਼ਨ ਹੋਏ ਦੁਬਾਰਾ, ਕਹਿਣ ਲੱਗਿਆ ਪੀਰ ਨਮਸਕਾਰ ਹੈ ਤੁਹਾਨੂੰ, ਨਮਸਕਾਰ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪੀਰ ਸਾਹਿਬ ਕੀ ਹੋ ਗਿਆ? ਕਹਿੰਦੇ ਤੁਸੀਂ ਆਪਣਾ ਨਹੀਂ ਜਤਾਉਂਦੇ, ਤੁਸੀਂ ਸਭ ਕੁਝ ਲਿਆਏ ਨਿਰੰਕਾਰ ਕੋਲ ਪਹਿਲਾਂ ਹੀ, ਅਤੇ ਮੈਨੂੰ ਤੁਸੀਂ ਆਖਤਾ ਕਿ ਗਰੀਬੀ ਅਤੇ ਨਿਮਰਤਾ ਲਿਆ। ਮੈਂ ਕੌਣ ਹੁੰਦਾ ਤੁਹਾਨੂੰ ਗਰੀਬੀ ਅਤੇ ਨਿਮਰਤਾ ਦੇਣ ਵਾਲਾ, ਦਿਲਵਾਣ ਵਾਲਾ? ਤੁਸੀਂ ਤਾਂ ਆਪ ਨਿਰੰਕਾਰ ਦਾ ਰੂਪ ਧਾਰ ਕੇ ਧਰਤੀ 'ਤੇ ਆਏ ਹੋ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੱਖ ਖੋਲ੍ਹਤੀ ਪੀਰ ਦੀ। ਗੁਰੂ ਨਾਨਕ ਸਾਹਿਬ ਮੁਸਕਰਾਏ, ਕਹਿੰਦੇ ਪੀਰ ਸਾਹਿਬ ਮੈਂ ਤਾਂ ਅੱਗੇ ਹੀ ਆਖਦਾ ਸੀ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ, ਮੈਨੂੰ ਨਿਰੰਕਾਰ ਨੇ ਪਹਿਲੇ ਹੀ ਸਭ ਕੁਝ ਦਿੱਤਾ ਹੋਇਆ ਹੈ, ਮੈਨੂੰ ਕੋਈ ਮੰਗ ਨਹੀਂ ਹੈ। ਮੈਨੂੰ ਵਾਹਿਗੁਰੂ ਸ਼ਬਦ, ਸਿਰਫ ਨਾਮ ਸ਼ਬਦ ਹੀ ਜੋ ਨਿਰੰਕਾਰ ਦਾ ਮਿਲਣ ਦਾ ਰਸਤਾ ਹੈ, ਮੈਂ ਤਾਂ ਉਹੀ ਮੇਰੇ ਵਾਸਤੇ ਬਸ ਬਹੁਤ ਹੈ, ਨਾਮ ਹੀ ਬਹੁਤ ਹੈ, ਮੈਂ ਉਹੀ ਜਪਦਾ। ਅਤੇ ਪੀਰ ਸਾਹਿਬ ਤੁਸੀਂ ਵੀ ਜਪਿਆ ਕਰੋ, ਤੁਸੀਂ ਵੀ ਉਸ ਸੱਚੇ ਨਾਮ ਨਾਲ ਜੁੜੋ ਜਿਸ ਨਾਮ ਨੇ ਤਾਰਨਾ ਹੈ। ਇਹ ਰਿੱਧੀਆਂ ਸਿੱਧੀਆਂ, ਇਹ ਸ਼ਕਤੀਆਂ ਦਿਖਾਣੀਆਂ, ਇਹ ਪੀਰਾਂ ਦਾ ਕੰਮ ਨਹੀਂ ਹੈ। ਇਹ ਜਗਤ ਨੂੰ, ਸੰਸਾਰ ਨੂੰ ਦਿਖਾਉਣ ਵਾਸਤੇ ਕਿ ਅਸੀਂ ਸਭ ਕੁਝ ਕਰ ਲਾਂਗੇ, ਅਸੀਂ ਇਹ ਕਰ ਦਾਂਗੇ। ਕਹਿੰਦੇ ਇਹ ਨਿਰੰਕਾਰ ਤੋਂ ਦੂਰੀ ਬਣਾ ਦੇਗਾ। ਹੰਕਾਰ ਹਉਮੈ ਨਾਲ ਇਸ ਤਰ੍ਹਾਂ ਪ੍ਰਭੂ ਨਹੀਂ ਮਿਲਦਾ। ਇੰਨੇ ਸੁੰਦਰ ਬਚਨ ਹੋਏ ਪੀਰ ਸਾਹਿਬ ਨਾਲ। ਗੁਰੂ ਨਾਨਕ ਦੇਵ ਜੀ ਨੇ ਉਸ ਪੀਰ ਦਾ ਵੀ ਸੁਧਾਰ ਕਰਤਾ, ਦੇਖ ਲਓ। ਹਾਲਾਂਕਿ ਖੁਦਾ ਦੇ ਦਰਸ਼ਨ ਕਰਦਾ ਸੀ। ਇੰਨੀ ਉੱਚੀ ਜਗ੍ਹਾ ਪਹੁੰਚਿਆ ਵੀ ਹੰਕਾਰ ਕਰ ਸਕਦਾ ਇਨਸਾਨ। ਅਤੇ ਸਾਨੂੰ ਵੀ ਇਹ ਹੀ ਹੈ, ਇਹ ਮਹਾਰਾਜ ਬਾਣੀ ਪੜ੍ਹਦੇ ਹਾਂ, ਨਿਮਰਤਾ ਨਹੀਂ ਧਾਰੀ ਅਤੇ ਕੀ ਫਾਇਦਾ? ਕੱਲ੍ਹ ਨੂੰ ਸਾਨੂੰ ਕੀ ਆਖਣਗੇ? ਇਹ ਬਾਣੀ ਪੜ੍ਹਦਾ ਸੀ, ਨਿਮਰਤਾ ਤਾਂ ਹੈ ਨਹੀਂ, ਗਰੀਬੀ ਤਾਂ ਹੈ ਨਹੀਂ ਇਹਦੇ ਅੰਦਰ, ਫਿੱਕਾ ਬੋਲਦਾ ਹੈ, ਉੱਚਾ ਬੋਲਦਾ ਹੈ, ਇਹ ਕੀ ਹੈ? ਇਹ ਲਾਜ ਲੱਗ ਜਾਏਗੀ ਸਾਡੇ ਗੁਰੂ ਨਾਮ ਨੂੰ ਕਿ ਗੁਰੂ ਕਾ ਸਿੱਖ ਇਹ ਕਰਦੇ ਹਨ, ਨਹੀਂ ਕਰਨੇ। ਦਿਨ ਬਰ ਦਿਨ ਨਿਮਰਤਾ ਧਾਰਨੀ ਸ਼ੁਰੂ ਕਰ ਦਿਓ। ਮਿੱਠਤ ਨਿਵੀ ਨਾਨਕਾ ਗੁਣ ਚੰਗਿਆਈਆਂ ਤਤ, ਸੰਗਤ ਦੇ ਜੋੜੇ ਝਾੜੋ, ਸੰਗਤ ਦੇ ਜੂਠੇ ਭਾਂਡੇ ਮਾਂਜਿਆ ਕਰੋ ਬੈਠ ਕੇ, ਝਾੜੂ ਲਾਓ, ਨੀਵੀਂ ਤੋਂ ਨੀਵੀਂ ਸੇਵਾ ਕਰਨੀ ਸ਼ੁਰੂ ਕਰ ਦਿਓ, ਪੋਚੇ ਲਾਣੇ ਸ਼ੁਰੂ ਕਰ ਦਿਓ, ਪਾਣੀ ਪਿਲਾਣਾ ਸ਼ੁਰੂ ਕਰ ਦਿਓ। ਦੇਖਣਾ ਕਿੰਨੀ ਜਲਦੀ ਫਰਕ ਪੈ ਜਾਏਗਾ। ਕਿੰਨਾ ਜੋੜੇ ਘਰ ਹੀ ਜਦੋਂ ਆਓ ਨਾ, ਹਉਮੈ ਦੀ ਪੱਗ ਉਤਾਰ ਦਿਓ ਜੋੜੇ ਘਰ ਕਿ ਮੈਂ ਕੁਛ ਹਾਂ, ਮੈਂ ਬਣ ਕੇ ਨਹੀਂ ਆਉਣਾ ਗੁਰਦੁਆਰੇ। ਬਾਬਾ ਨੰਦ ਸਿੰਘ ਜੀ ਵੀ ਇਹੀ ਵਚਨ ਕਰਿਆ ਕਰਦੇ ਸਨ, ਸਿੱਖਿਆ ਦੇ ਗਏ ਸੀ ਸਾਰੇ ਆਪਣੇ ਸੇਵਕਾਂ ਨੂੰ, ਸਿੱਖਾਂ ਨੂੰ ਕਿ ਮੈਂ ਬਣ ਕੇ ਗੁਰੂ ਘਰ ਨਾ ਆ ਜਾਣਾ, ਸਭ ਕੁਝ ਗਵਾ ਦੋਗੇ। ਬਾਬਾ ਨੰਦ ਸਿੰਘ ਜੀ ਕਹਿੰਦੇ ਹਾਂ, ਜੇ ਹਉਮੈ ਦੀ ਪੱਗ ਲਾ ਕੇ ਆਓਗੇ ਅਤੇ ਫਿਰ ਸ਼ਾਇਦ ਕੁਛ ਲੈ ਜਾਓਗੇ। ਸਾਰਿਆਂ ਨੂੰ ਨਤਮਸਤਕ ਜੋੜੇ ਘਰ ਤੋਂ ਹੀ ਕਰ ਦਿਆ ਕਰੋ। ਕਿੰਨੇ ਚੰਗੇ ਹਨ, ਸਾਡੇ ਤੋਂ ਪਹਿਲਾਂ ਹੀ ਗੁਰੂ ਘਰ ਬੈਠੇ ਹਨ, ਸੇਵਾ ਕਰ ਰਹੇ ਹਨ, ਨਾਮ ਜਪ ਰਹੇ ਹਨ, ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕ ਦਿਆ ਕਰੋ। ਗੁਪਤ ਮੱਥਾ, ਜ਼ਰੂਰੀ ਨਹੀਂ ਉਹਨਾਂ ਦੇ ਪੈਰ ਲਗਾਉਣੇ ਹੈ, ਉੱਧਰ ਹੀ ਅਰਦਾਸ ਕਰ ਦਿਆ ਕਰੋ, ਮਹਾਰਾਜ ਇਹ ਕਿੰਨੇ ਚੰਗੇ ਹਨ, ਕਿੰਨੇ ਚੰਗੇ ਹਨ, ਸਵੇਰ ਦਾ ਨਾਮ ਜਪਦੇ ਪਏ ਹਨ, ਇਹ ਚੰਗੇ ਹਨ। ਮੈਂ ਮੰਨਦਾ ਹਾਂ ਮੈਂ ਲੇਟ ਆਇਆ, ਮੈਂ ਤਾਂ ਦੇਰੀ ਨਾਲ ਆਇਆ ਹਾਂ, ਇਹ ਮੇਰੇ ਤੋਂ ਚੰਗੇ ਹਨ, ਮੈਂ ਕੀ ਹੈ, ਮੇਰੀ ਕੋਈ ਔਕਾਤ ਨਹੀਂ। ਇਹ ਨਾਮ ਜਪੀ ਰੂਹਾਂ ਜ਼ਿਆਦਾ ਵੱਡੀਆਂ ਹਨ। ਇਸ ਤਰ੍ਹਾਂ ਦਾ ਮਨ ਵਿੱਚ ਖਿਆਲਾਤ ਬਣਾਓ ਨਿਮਰਤਾ ਧਾਰਨ ਵਾਸਤੇ। ਫਿਰ ਦੇਖੋ ਦਿਨ ਬਰ ਦਿਨ ਤਰੱਕੀ, ਦਿਨ ਬਰ ਦਿਨ
ਭਗਤੀ ਅੰਦਰ ਚੜ੍ਹਦੀ ਕਲਾ ਹੋ ਜਾਏਗੀ। ਆਓ ਸਾਰੇ ਨਾਮ ਜਪੀਏ ਤੇ ਨਿਮਰਤਾ ਦੀ ਯਾਚਨਾ ਕਰੀਏ। ਵਾਹਿਗੁਰੂ 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 ਵਾਹਿਗੁਰੂ।